ਸਭੇ ਰੁੱਤੀ ਚੰਗੀਆਂ, ਜਿਤ ਸੱਚੇ ਸਿਉ ਨੇ। ਸਾ ਤਨ ਕੰਤ ਪਛਾਣਿਆ, ਸੁਖ ਸੁਤੀ ਨਿਸਡੇ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਪਿਆਰ ਸਹਿਤ ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸੰਗਰਾਂਦ ਦਾ ਦਿਹਾੜਾ ਹੈ, ਕਿਉਂਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਿਹੜਾ 12 ਰਾਗ ਮਾਝ ਵਿੱਚ ਲਿਖਿਆ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ, ਇਹਦੀਆਂ 14 ਪੌੜੀਆਂ ਹਨ। ਜਿਹੜਾ ਰਾਗ ਤੁਖਾਰੀ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਉਚਾਰਨ ਕੀਤਾ ਹੈ, ਉਹਦੀਆਂ 17 ਪੌੜੀਆਂ ਹਨ। ਲੇਕਿਨ ਇਹ 'ਚ 12 ਮਹੀਨਿਆਂ ਦੀ ਮਹਾਰਾਜ ਨੇ ਕਥਾ ਸਰਵਣ ਕੀਤੀ ਹੈ। ਆਓ ਪਹਿਲਾਂ ਸਰਵਣ ਕਰਦੇ ਹਾਂ। ਇਸ ਹਾੜ੍ਹ ਦੇ ਮਹੀਨੇ ਦੇ ਸੰਬੰਧ ਵਿੱਚ ਸਤਿਗੁਰੂ ਜੀ ਕਿਸ ਢੰਗ ਨਾਲ ਸਾਨੂੰ ਉਪਦੇਸ਼ ਦੇ ਕੇ ਪਰਮਾਤਮਾ ਨਾਲ ਜੋੜਦੇ ਹਨ। ਅਸਾੜ ਤੁਪਨ ਦਾ ਤਿਸ ਲਗੇ, ਹਰ ਨਾ ਹੋਣਾ ਜਿੰਨਾ ਪਾਸ। ਜਗ ਜੀਵਨ ਪੁਰਖ ਤਿਆਗ ਕੇ, ਮਾਨਸ ਸੰਦੀਆਸ। ਦੋਏ ਪਾਏ ਬਿਗੁਚੀਏ, ਗਲ ਪਈ ਸੋ ਜਮ ਕੀ ਫਾਸ। ਜਿਹਾ ਬੀਜੇ ਸੋ ਲੁਣੇ, ਮੱਥੈ ਜੋ ਲਿਖਿਆਸ। ਰਹਿਣ ਵਿਹਾਣੀ ਪਛਤਾਣੀ, ਉੱਠ ਚੱਲੀ ਗਈ ਨਿਰਾਸ। ਜਿਨ ਕੋ ਸਾਧੂ ਭੇਟੀਏ, ਸੁਧਰ ਗਏ ਹੋਏ ਖਲਾਸ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਅਸਾੜ ਸੁਹੰਦਾ ਤਿਸ ਲਗੇ, ਜਿਸ ਮਨ ਹਰ ਚਰਨ ਨਿਵਾਸ। ਜਿਸ ਮਨ ਹਰ ਚਰਨ ਨਿਵਾਸ। ਸਤਿਕਾਰਯੋਗ ਸਾਧ ਸੰਗਤ ਜੀ, ਇਸ ਸੰਗਰਾਂਦ ਦਾ ਜੋ ਮਹੀਨਾ ਹੈ, ਵੈਸੇ ਭਾਰਤ ਵਿੱਚ 6 ਰੁੱਤਾਂ ਤੇ ਜਦੋਂ ਬਦਲਦੀਆਂ ਨੇ 12 ਮਹੀਨੇ, ਸੂਰਜ ਜਦੋਂ ਇੱਕ ਰਾਸ ਨੂੰ ਛੱਡ ਕੇ ਦੂਸਰੀ ਰਾਸ ਵਿੱਚ ਪ੍ਰਵੇਸ਼ ਕਰਦਾ ਹੈ ਨਾ, ਉਸ ਵਕਤ ਜ਼ਮੀਨ ਅਤੇ ਮੌਸਮ ਸੰਬੰਧੀ ਜੋ ਕ੍ਰਾਂਤੀਕਾਰੀ ਹੁੰਦੇ, ਜੋ ਬਦਲਾਅ ਆਉਂਦਾ ਹੈ, ਇਸ ਕ੍ਰਾਂਤੀਕਾਰੀ ਨੂੰ ਆਧਾਰ ਬਣਾ ਕੇ ਸਤਿਗੁਰਾਂ ਨੇ 12 ਮਹਾਨ ਦੀ ਰਚਨਾ ਕਰਕੇ ਇਹ ਸਮਝਾਉਣ ਦਾ ਯਤਨ ਕੀਤਾ ਹੈ। ਕਿਉਂਕਿ ਮਨੁੱਖੀ ਜੀਵਨ ਵਿੱਚ ਵੀ ਕ੍ਰਾਂਤੀ ਕੇਵਲ ਤੇ ਕੇਵਲ ਮਨੁੱਖ ਦੇ ਜੀਵਨ ਵਿੱਚ ਵੀ ਕ੍ਰਾਂਤੀ ਚਾਹੀਦੀ ਹੈ। ਉਹ ਕਿਵੇਂ ਆਏਗੀ? ਉਹ ਨਾਨਕ ਕਹਿ ਕਰ ਕੇਵਲ ਨਾਮ, ਇੱਕ ਪਰਮਾਤਮਾ ਦੇ ਨਾਮ ਨਾਲ ਅੱਜ ਆਪਣੀ ਬੰਦਸ਼ ਵਿੱਚ ਆਪਣੇ ਜੀਵਨ ਨੂੰ ਰੱਖ ਕੇ ਬੰਦੀ ਅੰਦਰ ਸਿਫਤ ਕਰਾਏ ਤਾਂ ਕੋ ਕਹੀਏ ਬੰਦਾ। ਤਾਂ ਉਹ ਪਰਮਾਤਮਾ ਦਾ ਨਾਮ ਹੀ ਇਨਸਾਨ ਜੋ ਹੈ ਇਹ ਭਗਵਾਨ ਦੀ ਸ਼ਕਲ ਦੇ ਸਕਦਾ ਹੈ। ਇਸ ਲਈ
ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਹਨ ਕਿ ਰੁੱਤਾਂ ਤੇ ਅਸਾੜਤ ਪੰਦਾ ਤਿਸ ਲੱਗੇ, ਹਰ ਨਾਹੁ ਨ ਜਿੰਨਾ ਪਾਸ। ਇਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੰਬਰ 134 ਤੇ ਸੁਭਾਈਮਾਨ ਹੈ। ਜ਼ਮੀਨ ਦੀ ਗਰਦਸ਼ ਤੇ ਸੂਰਜ ਦੀ ਗਰਦਸ਼ ਨਾਲ ਜੋ ਰੁੱਤ ਬਦਲਦੀ ਹੈ ਔਰ ਮਹੀਨਾ ਜਦ ਹਾੜ੍ਹ ਦਾ ਆਉਂਦਾ ਹੈ, ਬੜੀ ਭਿਆਨਕ ਗਰਮੀ ਹੁੰਦੀ ਹੈ, ਬੜੀਆਂ ਗਰਮ ਹਵਾਵਾਂ ਚੱਲਦੀਆਂ ਹਨ, ਇਸ ਤੋਂ ਬੜੀ ਗਰਮੀ ਪੈਦਾ ਹੁੰਦੀ ਹੈ, ਜੀਵ ਜੰਤੂ ਬੜੇ ਦੁਖੀ ਹੁੰਦੇ ਨੇ। ਸੋ ਇਸ ਤਰੀਕੇ ਨਾਲ ਹਜ਼ੂਰ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਇਸ ਗਰਮੀ ਤੋਂ ਬਚਣ ਲਈ ਮਨੁੱਖ ਕਿੰਨੇ ਵਸੀਲੇ ਤਿਆਰ ਕਰਦਾ ਹੈ। ਪੱਖੇ ਹਨ ਅਤੇ ਏਅਰ ਕੰਡੀਸ਼ਨ, ਜਾਂ ਵੈਸੇ ਹੀ ਪੁਰਾਤਨ ਸਮੇਂ ਜਿਵੇਂ ਵੱਡੀਆਂ ਦਰਖਤ, ਬੋਹੜ, ਪਿੱਪਲ, ਹੈ ਨਾ, ਅਤੇ ਉੱਥੇ ਜਾ ਕੇ ਬੈਠ ਜਾਈਦਾ ਸੀ। ਮੈਨੂੰ ਵੀ ਯਾਦ ਹੈ ਛੋਟੇ ਹੁੰਦੇ ਨੂੰ, ਅਤੇ ਉੱਥੇ ਸਾਰੇ ਮੰਜੇ ਲਿਆ ਕੇ ਦੁਪਹਿਰ ਨੂੰ ਲੰਗਰ ਵੀ ਪ੍ਰਸ਼ਾਦੇ ਉੱਥੇ ਛਕਣਾ, ਕਿਉਂ ਇਹ ਤਾਂ ਪ੍ਰਬੰਧ ਹੋ ਗਿਆ। ਪਰ ਅੰਦਰ ਦੀ ਗਰਮੀ ਦੀ ਗੱਲ ਕਰਦੇ ਨੇ ਮਹਾਰਾਜ ਜੀ। ਪਰ ਜੋ ਇਛਾਵਾਂ ਅਤੇ ਵਾਸ਼ਨਾਵਾਂ ਦੀ ਗਰਜ ਦੇ ਨਾਲ, ਜੋ ਇਛਾਵਾਂ ਅਤੇ ਜੋ ਅੰਦਰ ਭਾਵਨਾਵਾਂ ਜਿਹੜੀਆਂ ਵਾਸ਼ਨਾਵਾਂ ਹਨ, ਉਹਦੀ ਜਿਹੜੀ ਗਰਦਸ਼ ਹੈ, ਉਹਦੀ ਗਰਮੀ ਵਿੱਚ ਮਨ ਜਿਹੜੀ ਵਿੱਚ ਕ੍ਰੋਧ ਦੀ, ਲੋਭ ਦੀ, ਈਰਖਾ, ਇਹ ਸਭ ਕੁਛ ਪੈਦਾ ਹੁੰਦਾ ਹੈ। ਇਸ ਨੂੰ ਖਤਮ ਕਰਨ ਵਾਸਤੇ ਇਹ ਬਾਹਰਲੇ ਪ੍ਰਬੰਧ ਕੁਛ ਨਹੀਂ ਕਰਨਗੇ। ਚੰਦਨ ਚੰਦਨਾ ਸਰਦ ਰੁੱਤ, ਮੂਲ ਨਾ ਮਿਟੇ ਘਾਮ, ਸੀਤਲ ਥੀਵੇ ਨਾਨਕਾ ਜਪੰਦਰੋ ਹਰ ਨਾਮ। ਅੰਦਰੋਂ ਸੀਤਲ ਤਾਂ ਹੋਵਾਂਗੇ ਜੇਕਰ ਅਸੀਂ ਪਰਮਾਤਮਾ ਦਾ ਨਾਮ ਜਪਾਂਗੇ। ਇਸ ਲਈ ਕਹਿੰਦੇ ਮਹਾਰਾਜ ਫਰਮਾਉਂਦੇ ਹਨ, ਜਗ ਜੀਵਨ ਪੁਰਖ ਤਿਆ ਕੇ ਮਨ ਸੰਧੀ ਆਸ। ਉਹ ਸਭ ਤੋਂ ਵੱਡਾ ਜੋ ਸਿਰਮੌਰ ਸਤਿਗੁਰੂ ਹੈ, ਤਿਸ ਦੇ ਉੱਪਰ ਨਾ ਹੀ ਕੋਈ ਕੌਣ ਡਰੇ ਡਰ ਕਿਸਕਾ ਹੋਏ। ਉਸ ਨੂੰ ਛੱਡ ਕੇ ਅਸੀਂ ਹੋਰ ਆਸਾਂ ਕਰਦੇ ਹਾਂ। ਆਉਂਦਾ ਹੈ ਗੁਰਬਾਣੀ ਵਿੱਚ ਕਿ ਹਜ਼ੂਰ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਕਿ ਹਰ ਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ, ਤੇ ਨਰ ਦੋਜਗ ਜਾਏਂਗੇ ਸਤ ਭਾਖੇ ਰਵਿਦਾਸ। ਇੱਕ ਗਾਥਾ ਹੈ ਕਿ ਇੱਕ ਫਕੀਰ ਜਿਹੜਾ ਸੀ, ਉਹਨੇ ਆਪਣੇ ਚੇਲਿਆਂ ਨੂੰ ਨਾਲ ਲੈ ਕੇ, ਚਲੋ ਕਹਿੰਦੇ ਹਰ ਰੋਜ਼ ਮੰਗਣ ਦੇ ਨਾਲੋਂ ਇੱਕੋ ਰਾਜੇ ਕੋਲ ਜਾ ਕੇ ਮੰਗ ਲੈਂਦੇ ਆ ਕਿ ਸਾਨੂੰ ਫਿਰ ਮੰਗਣ ਦੀ ਲੋੜ ਨਹੀਂ ਪਏਗੀ। ਜਿਸ ਵੇਲੇ ਰਾਜੇ ਅਕਬਰ ਦੇ ਕੋਲ ਗਏ, ਉਹ ਦੇਖਿਆ ਕਿ ਉਹ ਅੰਦਰ ਨਵਾਜ਼ ਪੜ੍ਹ ਰਿਹਾ ਸੀ, ਅਤੇ ਉਸ ਨੇ ਨਵਾਜ਼ ਪੜ੍ਹ ਕੇ ਉਸ ਅੱਲਾਹ ਤਾਲਾ ਵਾਹਦੁੱਲਾ ਉਹਦੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਮੈਨੂੰ ਮੇਰਾ ਰਾਜ ਕਾਇਮ ਰਵੇ, ਮੈਨੂੰ ਇਹ ਦਿਓ, ਮੈਨੂੰ ਇਹ ਦਿਓ, ਧਨ ਦੌਲਤ ਸਾਰਾ ਕੁਛ ਮੰਗਿਆ। ਉਹ ਸੁਣਦੇ ਰਹੇ, ਉੱਠ ਕੇ ਤੁਰ ਪਏ। ਉਹ ਕਹਿਣ ਲੱਗੇ, ਜੇਕਰ ਇਹ ਤਾਂ ਆਪ ਮੰਗਤਾ ਹੈ ਪਰਮਾਤਮਾ ਕੋਲ, ਜਿਹਦੇ ਕੋਲੋਂ ਇਹ ਮੰਗਦਾ ਹੈ, ਕਿ ਅਸੀਂ ਉਹਦੇ ਬੱਚੇ ਨਹੀਂ, ਅਸੀਂ ਉਹਦੇ ਕੋਲ ਮੰਗ ਲੈਂਦੇ ਹਾਂ। ਮਾਨ ਨੂੰ ਕੀਟੇ ਬਿਰਥੀ ਸਭ ਜਾਨ। ਜੋ ਬੰਦੇ ਦੀ ਆਸ ਕਰਦਾ ਹੈ, ਮਾਨ ਨੂੰ ਕੀਟੇ ਬਿਰਥੀ ਸਭ ਜਾਨ, ਦੇਵਨ ਕੋ ਏਕੇ ਭਗਵਾਨ, ਜਿਸਕੇ ਦੀਏ ਰਹੇ ਅਗਾਏ, ਬਹੁ ਨਤ ਚ ਲਾਗੇ ਆਏ। ਇੱਕ ਪਰਮਾਤਮਾ ਦਿੱਤਾ ਹੋਇਆ ਮਨੁੱਖ ਨੂੰ ਉਹੀ ਰਜਾ ਸਕਦਾ ਹੈ। ਫਿਰ ਅੱਗੋਂ ਫਿਰ ਸੰਤੋਖ ਦੇ ਬਿਨ ਸੰਤੋਖ ਭੂਖਾ ਨਹੀਂ ਰਾਜੇ। ਉਸ ਪਰਮਾਤਮਾ ਦੀ ਰਜ਼ਾ ਵਿੱਚ ਰਹਿਣਾ। ਹੁਕਮ ਰਜ਼ਾਈ, ਰਜਾਈ ਨਹੀਂ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਅਗਲੀ ਪੰਕਤੀ ਹੈ, ਦੋਏ ਭਾਏ ਬਿਗੁਚੀਏ ਗਲ ਪਈ ਸੋ ਜਮ ਕੀ ਫਾਸ। ਇਹਦਾ ਮਤਲਬ ਹੈ ਕਿ ਕਈ ਵਾਰੀ ਬੰਦਾ ਸੋਚਦਾ ਸਵੇਰੇ ਸਵੇਰੇ ਚਲੋ ਜੀ ਹੁਣ ਪਾਠ ਕਰ ਲਈਏ, ਚਲੋ ਗੁਰਦੁਆਰੇ ਮੰਦਰ ਮਸੀਤ ਵੀ ਜਾ ਆਈਏ, ਲੇਕਿਨ ਸ਼ਾਮ ਜਦੋਂ ਦੁਪਹਿਰ ਹੁੰਦੀ ਹੈ ਫਿਰ ਆਪਣੇ ਕੰਮ ਦੇ ਵਿੱਚ ਇੰਨਾ ਮਸਰੂਫ ਹੋ ਜਾਂਦਾ ਹੈ, ਉਹ ਭੁੱਲ ਹੀ ਜਾਂਦਾ ਹੈ। ਮਹਾਰਾਜ ਕਹਿੰਦੇ ਇਸ ਤਰ੍ਹਾਂ ਵੀ 2 ਕਦਮ ਤੂੰ ਚੱਲਦਾ ਪਰਮਾਤਮਾ ਵਾਲੇ ਪਾਸੇ, 2 ਕਦਮ ਚੱਲਦਾ ਹੈ ਨਿਰੰਕਾਰ ਵਾਲੇ ਪਾਸੇ, ਫਿਰ 2 ਕਦਮ ਫਿਰ ਪਿੱਛੇ ਸੰਸਾਰ ਵੱਲ ਆਉਂਦਾ, ਫਿਰ ਨਿਰੰਕਾਰ ਵੱਲ। ਇਸ ਤਰ੍ਹਾਂ ਕਰਦਾ ਲੇਕਿਨ ਜ਼ਿੰਦਗੀ ਦਾ ਵਿਕਾਸ ਨਾ ਹੋਇਆ, ਆਤਮਾ ਦਾ ਵਿਕਾਸ ਤਾਂ ਹੋਇਆ ਨਹੀਂ। ਇਸ ਲਈ ਚੰਗਾ ਇਹ ਹੈ ਕਿ ਪਰਮਾਤਮਾ ਦੇ ਅੱਗੋਂ ਚੱਲਦਾ ਜਾ। ਆਪਣੇ ਹਾਲਾਤ, ਆਪਣੀ ਮੁਕੱਦਰ ਨੂੰ ਬਣਾਉਣਾ ਤੇਰੇ ਵੱਸ ਹੈ। ਇਸ ਕਰਕੇ ਇਸ ਸੰਸਾਰ ਵਿੱਚ ਇਹਨਾਂ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਜੋ ਕਿ 2 ਪਾਸੇ ਚੱਲਦੇ ਨੇ, ਜੀਵਨ ਭਰ ਚੱਲਦੇ ਨੇ। 2 ਪਾਸੇ ਚੱਲਣ ਵਾਲਾ ਮਨੁੱਖ ਕਿਸੇ ਪਾਸੇ ਪਹੁੰਚ ਨਹੀਂ ਸਕਦਾ। ਨਾ ਇਧਰ ਕੇ ਰਹੇ, ਨਾ ਉਧਰ ਕੇ ਰਹੇ, ਨਾ ਖੁਦਾ ਹੀ ਮਿਲਾ, ਨਾ ਵਸਾਲੇ ਸਨਮ।
ਪਿਆਰੇ ਇੱਕ ਦਾ ਹੋ ਕੇ ਬਹਿ ਜਾਓ, ਦਰ ਦਰ ਦੇ ਫਿਰਨ ਨਾਲੋਂ ਇੱਕ ਦਰ ਦਾ ਹੋ ਕੇ ਬਹਿ ਜਾ। ਜਿਹਾ ਬੀਜੇ ਸੋ ਲਣੇ ਮੱਥੇ ਜੋ ਲਿਖਿਆਸ। ਇਹ ਜੀਵਨ ਰੂਪੀ ਜਿਵੇਂ ਆਪਾਂ ਜ਼ਮੀਨ ਵਿੱਚ ਕੁਛ ਵੀ ਬੀਜੀਏ, ਜੇ ਅੰਬ ਬੀਜੇ ਅੰਬ ਹੀ ਮਿਲਣਗੇ। ਫਿਰ ਜੇਕਰ ਤੂੰ ਅੱਕ ਬੀਜਿਆ ਜ਼ਿੰਦਗੀ ਵਿੱਚ ਤੇ ਫਿਰ ਤੈਨੂੰ ਅੰਬ ਦੀ ਆਸ ਨਾ ਰੱਖੀ। ਇਸ ਤਰ੍ਹਾਂ ਹੀ ਇਹ ਜੀਵਨ ਦਾ ਜਿਹੜਾ ਸਾਡੀ ਆਪਣਾ ਜੀਵਨ ਹੈ, ਜਿਹਾ ਬੀਜੇ ਸੋਲਣੇ ਮੱਥੇ ਜੋ ਲਿਖਿਆਸ। ਰਹਿਣ ਬਿਹਾਣੀ ਪਛਤਾਣੀ ਚੱਲੀ ਗਈ ਨਿਰਾਸ। ਜ਼ਿੰਦਗੀ ਦੀ ਰਾਤ ਬੀਤ ਗਈ, ਪਤਾ ਵੀ ਨਹੀਂ ਲੱਗਾ। ਉਹ ਬਚਪਨ ਚਲਾ ਗਿਆ ਪੜ੍ਹਾਈ ਵਿੱਚ ਹੈਂ, ਤੇ ਫਿਰ ਜਵਾਨੀ ਵੀ ਚਲ ਗਈ। ਹੁਣ ਬੁਢੇਪਾ, ਜਵਾਨੀ ਵੇਲੇ ਬਚਪਨ ਯਾਦ ਨਹੀਂ ਕੀਤਾ, ਬੁਢੇਪੇ ਵੇਲੇ ਬਚਪਨ ਵੀ ਯਾਦ ਕਰਦਾ ਹੈ, ਜਵਾਨੀ ਵੀ ਯਾਦ ਕਰਦਾ ਹੈ। ਰਹਿਣ ਬਿਹਾਣੀ, ਰਹਿਣ ਬਹਿਣੀ ਰਾਤ ਚਲੇ ਗਈ, ਜ਼ਿੰਦਗੀ ਦੀ ਰਾਤ ਬਤੀਤ ਹੋ ਗਈ, ਮੌਤ ਦਾ ਸੂਰਜ ਚੜ੍ਹ ਆਇਆ। ਵਾਹ! ਹੁਣ ਪਛਤਾਵਾ ਪੈਦਾ ਹੋ ਗਿਆ। ਕਿਉਂ? ਹੱਥ ਦੇ ਵਿੱਚ ਕੁਝ ਵੀ ਨਹੀਂ, ਹੱਥ ਖਾਲੀ ਰਹਿ ਗਏ, ਨਿਰਾਸ਼ਾ ਹੀ ਪਈ ਹੈ। ਸੋ ਅੰਤਮ ਸਮੇਂ ਅਗਰ ਕੋਈ ਉਦਾਸ ਹੋ ਗਿਆ ਤਾਂ ਸਮਝ ਲਓ ਜ਼ਿੰਦਗੀ ਵਿਅਰਥ ਚਲੀ ਗਈ। ਰਹਿਣ ਬਿਹਾਣੀ ਪਛਤਾਣੀ ਚੱਲੀ ਗਈ ਨਿਰਾਸ। ਕਿਤੇ ਭਾਗਾਂ ਵਾਲਾ ਜਿਨ ਕੋ ਸਾਧੂ ਭੇਟੀਏ ਸੋ ਦਰਗਹਿ ਹੋ ਖਲਾਸ। ਕਿਤੇ ਕੋਈ ਚੰਗਾ ਭਜਨੀਕ ਪੁਰਸ਼ ਮਿਲ ਜਾਵੇ ਜ਼ਿੰਦਗੀ ਵਿੱਚ ਤੇ ਫਿਰ ਉਸ ਨੂੰ ਜ਼ਿੰਦਗੀ ਦਾ ਰਸਤਾ ਦੱਸੇ, ਨਾਮ ਕਿਵੇਂ ਜਪਣਾ, ਕਦੋਂ ਜਪਣਾ, ਔਰ ਕਿਵੇਂ ਅਸੀਂ ਕਦੋਂ ਸੌਣਾ, ਕਦੋਂ ਉੱਠਣਾ, ਇਹ ਸਭ ਕੁਛ ਇਹ ਗੁਰਬਾਣੀ ਵਿੱਚ ਸਭ ਕੁਝ ਦੱਸਿਆ ਹੈ। ਇਹੀ ਸਿਰਮੌਰ ਗੁਰੂ ਹੈ। ਜਿਨ ਕੋ ਸਾਧੂ ਭੇਟੀ ਸੁੰਦਰ ਗਏ ਹੋ ਖਲਾਸ। ਕਰ ਕਿਰਪਾ ਪ੍ਰਭੂ ਆਪਣੀ ਤੇਰੇ ਦਰਸ਼ਨ ਹੋਏ ਪਿਆਸ। ਮਹਾਂਪੁਰਸ਼ਾਂ ਨੇ ਐਸੀ ਲਟਕ ਅੰਦਰ ਲਾਤੀ, ਇੱਕ ਐਸਾ ਅੰਦਰ ਪਿਆਰ ਪੈਦਾ ਕਰਤਾ, ਦਰਸ਼ਨ ਦੀ ਪਿਆਸ। ਹੁਣ ਦਿਲ ਤੜਪਦਾ ਹੈ। ਇਸ ਹਾੜ ਦੇ ਮਹੀਨੇ ਦਾ ਉਪਦੇਸ਼ ਕਰਕੇ ਧੰਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਾਨੂੰ ਅਰਦਾਸ ਕਰਨੀ ਸਿਖਾਉਂਦੇ ਨੇ। हे ਪ੍ਰਭੂ ਬਖਸ਼ਿਸ਼ ਕਰ, ਰਹਿਮਤ ਕਰ, ਮੇਰੇ ਔਗੁਣ ਨਾ ਵੇਖ। ਤੇਰੇ ਤੂੰ ਗੁਣਾਂ ਦਾ ਸਾਗਰ ਦਰਿਆ, ਮੈਂ ਔਗੁਣਾਂ ਦਾ ਦਰਿਆ। ਜੇ ਤਾਂ ਸਮੁੰਦ ਸਾਗਰ ਨਹੀਂ ਭਰਿਆ ਤੇਤੇ ਔਗੁਣ ਹਮਾਰੇ। ਦਇਆ ਕਰੋ ਕਸ਼ਮੀਰੋਂ ਪਾਵੋ ਡੁੱਬਦੇ ਪੱਥਰ ਤਾਰੇ। ਉਹ ਦਇਆ ਦਾ ਸਾਗਰ ਹੈ, ਗੁਣਾਂ ਦਾ ਸਾਗਰ ਹੈ। ਇੱਧਰ ਅਵਗੁਣ ਬਹੁਤ ਨੇ, ਪਰ ਮੇਲ ਕਿਵੇਂ ਹੋਵੇ? ਕਹਿੰਦੇ ਇਸ ਕਰਕੇ ਮੇਰੇ ਤੇ ਇਨਸਾਫ ਨਾ ਕਰੀ, ਮੇਰੇ ਤੇ ਫਜ਼ਲ ਕਰੀ, ਫਜ਼ਲ ਕਿਰਪਾ ਕਰੀ, ਮੇਰੇ ਤੇ ਕਿਰਪਾ ਕਰੋ। ਦੀਨ ਕੇ ਦਾਤੇ ਮੇਰਾ ਗੁਣਾ ਗੁਣ ਨਾ ਵਿਚਾਰੋ, ਕੋਈ ਨਾ ਵਿਚਾਰਿਓ ਨਾ। ਮੈਂ ਸ਼ਰਮਿੰਦਾ ਹਾਂ ਆਪਣੇ ਔਗੁਣਾਂ ਤੋਂ। ਪ੍ਰਭ ਤੁਧ ਬਿਨ ਦੂਜਾ ਕੋ ਨੀ, ਨਾਨਕ ਕੀ ਅਰਦਾਸ। ਇਹ ਨਾਨਕ ਦੀ ਅਰਦਾਸ ਹੈ, ਕਿਉਂਕਿ ਜੋਤ ਉਹੀ ਕੰਮ ਕਰਦੀ ਹੈ। ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਹੈ, ਲੇਕਿਨ ਗੁਰੂ ਕਹਿੰਦੇ ਕਿ ਇਹ हे ਪ੍ਰਭੂ ਤੈਥੋਂ ਬਿਨਾਂ ਹੋਰ ਕੋਈ ਵੀ ਸਮਰੱਥ ਨਹੀਂ ਜੋ ਮੇਰੇ ਦੁੱਖਾਂ ਨੂੰ ਸੁਣ ਸਕੇ, ਮੇਰੇ ਦੁੱਖ ਸੁਣੇ। ਤੇਰੇ ਮੁਕਾਬਲੇ ਦਾ ਹੋਰ ਕੋਈ ਵੀ ਹੈ ਨਹੀਂ ਜਿਸ ਕਿ ਮੈਂ ਅਰਦਾਸ ਕਰਾਂ। ਇਸ ਵਾਸਤੇ हे ਪ੍ਰਭੂ ਤੇਰੇ ਅਰਦਾਸ ਹੈ। ਅਸਾੜ ਸੁਹੰਦਾ ਤਿਸ ਲੱਗੇ, ਜਿਸ ਮਨ ਹਰ ਚਰਨ ਨਿਵਾਸ। ਹਾਂ, ਅਸਾੜ ਦਾ ਮਹੀਨਾ ਉਸੇ ਲਈ ਸੁਹਾਵਣਾ, ਉਸ ਮਨੁੱਖ ਲਈ ਸ਼ੀਤਲ ਹੈ, ਉਸੇ ਮਨੁੱਖ ਲਈ ਆਨੰਦਮਈ ਹੈ ਜਿਸ ਦਾ ਮਨ ਪ੍ਰਭੂ ਦੇ ਗੁਣਾਂ ਨਾਲ ਜੁੜਿਆ ਰਹਿੰਦਾ ਹੈ ਤੇ ਪ੍ਰਭੂ ਚਰਨਾਂ ਵਿੱਚ ਲੀਨ ਰਹਿੰਦਾ ਹੈ। ਜਿਹੜਾ ਅਗਲਾ ਸ਼ਬਦ ਹੈ, ਜਿਹੜਾ ਕਿ ਰਾਗ ਤੁਖਾਰੀ ਵਿੱਚ ਮਹਾਰਾਜ ਨੇ ਉਚਾਰਨ ਕੀਤਾ, ਉਹਦਾ ਵੀ ਅਰਥ ਇਹੋ ਜਿਹਾ ਹੀ ਹੈ। ਅਸਾੜ ਭਲਾ ਸੂਰਜ ਗਗਨ ਤਪੇ, ਧਰਤੀ ਦੁੱਖ ਸਹੇ, ਸੋਖੇ ਅਗਨ ਪਖੇ। ਅਗਨ ਰਸ ਸੋਖੇ, ਮਰੀਏ ਤੋਖੇ, ਪੀਸੋ ਕਿਰਤਨ ਹਾਰੇ। ਰਤ ਫਿਰੇ ਛਾਇਆ ਤਨ ਤਾਕੇ, ਟੀਡ ਲਵੇ ਮੰਝ ਬਾਰੇ। ਅਵਗੁਣ ਬਾਂਧ ਚਲੀ ਦੁਖ ਆਗੇ, ਸੁਖ ਤਿਸ ਸਾਧ ਸੰਭਾਲੇ। ਨਾਨਕ ਜਿਸਨੂੰ ਇਹ ਮਨ ਦੀਆ, ਮਰਨ ਜੀਵਨ ਪ੍ਰਭ ਨਾਲੇ। ਇਹ ਆਪਾਂ ਦੋ ਹੀ ਸ਼ਬਦਾਂ ਦੇ ਪਾਠ ਹੋ ਗਏ। ਜਿਹੜਾ ਦੂਸਰਾ ਤੁਖਾਰੀ ਵਿੱਚ ਹੈ, ਇਹ ਉਹ ਸ਼ਬਦ ਹੈ। ਕਹਿੰਦੇ ਹਨ ਕਿ ਧਰਤੀ ਤਪਸ਼ ਦੁੱਖ ਉਠਾਉਂਦੀ ਹੈ, ਧਰਤੀ ਦੁੱਖ ਸਹੇ, ਸੋਖੇ ਅਗਨ ਪਖੇ। ਹੁਣ ਗੱਲ ਸਪਸ਼ਟ ਇਹ ਹੋਈ। ਪਹਿਲੀ ਗੱਲ ਤਾਂ ਇਹ ਸਮਝੋ ਕਿ ਆਪਾਂ ਸਮਝ ਲਈ ਸਾਰਿਆਂ ਵਾਸਤੇ ਹੀ ਹੈ ਕਿ ਦਿਨ ਅਸੀਂ ਚੰਗੇ ਕਰਨੇ ਆ, ਦਿਨ ਕੋਈ ਮਾੜਾ ਨਹੀਂ, ਦਿਨ ਕੋਈ ਚੰਗਾ ਵੀ ਨਹੀਂ। ਚੰਗੇ ਮਾੜੇ ਦਿਨ ਆਪਾਂ ਬਣਾਉਣੇ ਆ, ਆਪਣੇ ਕਰਮ ਕਰਕੇ, ਆਪਣੇ ਨਾਮ ਜਪ ਕੇ, ਆਪਣਾ ਮਰਜ਼ਾਦਾ ਵਿੱਚ ਰਹਿ ਕੇ। ਇਸ ਲਈ ਸਤਿਗੁਰੂ ਜੀ ਕਹਿੰਦੇ ਬਾਹਰਲੀ
ਤਪਸ਼ ਦਾ ਪ੍ਰਬੰਧ ਤੂੰ ਕਰ ਲਿਆ ਭਰਾਵਾ। ਆਪਣੇ ਅੰਦਰ ਦੀ ਤਪਸ਼ ਜਿਹੜੀ ਆ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨੂੰ ਮਿਟਾਉਣ ਵਾਸਤੇ ਗੁਰੂ ਕਾ ਨਾਮ ਕੰਮ ਕਰੇਗਾ। ਇਸ ਲਈ ਗੁਰੂ ਪਿਆਰੀ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਹਨ ਕਿ ਸੂਰਜ ਏਕੋ ਰੁੱਤ ਅਨੇਕ। ਸੂਰਜ ਇੱਕ ਹੈ, ਚੰਦਰਮਾ ਵੀ ਇੱਕ ਹੈ ਨਾ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ। ਰੁੱਤਾਂ ਬਹੁਤ ਬਦਲਦੀਆਂ ਨੇ। ਆਪਾਂ ਹੀ ਅਰਦਾਸ, ਨਾਨਕ ਕੀ ਬੇਨੰਤੀਆਂ ਕਰ ਕਿਰਪਾ ਦੀਜੇ ਨਾਮ। ਇਸ ਲਈ ਸਤਿਗੁਰੂ ਜੀ ਫਰਮਾਉਂਦੇ ਹਨ, ਸਭੇ ਰੁੱਤੀ ਚੰਗੀਆਂ ਜਿਤ ਸੱਚੇ ਸਿਉਨੇ ਹੋ, ਸਾਤ ਅਨਕੰਤ ਪਛਾਣਿਆ ਸੁਖ ਸੁੱਤੀ ਨਿਸਦੇ ਹੋ। ਸੋ ਇਹਨਾਂ ਮਹੀਨੇ ਦੀ ਤਾਂ ਮਹਾਰਾਜ ਨੇ ਕਥਾ ਵਰਣਨ ਕੀਤੀ ਹੈ ਕਿ ਇਹਨਾਂ ਨਾਲ ਅਸੀਂ ਜੁੜੇ ਹੋਏ ਹਾਂ। ਪਰ ਇਹਨਾਂ 'ਚ ਸਾਨੂੰ ਇਹਨੂੰ ਵਿਸ਼ੇਸ਼ ਸਮਝ ਕੇ ਇੱਕੋ ਦਿਨ ਪਰਮਾਤਮਾ ਦਾ ਨਾਮ ਨਹੀਂ ਜਪਣਾ। ਹਮੇਸ਼ਾ ਵਾਸਤੇ ਇਹ ਜਿਹੜਾ ਉਪਦੇਸ਼ ਹੈ, ਇਹ ਸਾਰਿਆਂ ਵਾਸਤੇ ਹੈ। ਮੁਸਲਮਾਨਾਂ ਵਾਸਤੇ ਹੈ, ਹਿੰਦੂਆਂ ਵਾਸਤੇ ਹੈ, ਜੈਨੀ ਪਾਰਸੀ ਬੋਧੀ ਸਿੱਖਾਂ ਵਾਸਤੇ ਹੈ। ਇਸ ਲਈ ਅੱਜ ਸੰਗਰਾਂਦ ਦਾ ਦਿਹਾੜਾ, ਇਹ ਉਪਦੇਸ਼ ਜਿਹੜਾ ਆਪਣੇ ਦਿਲ 'ਚ ਗ੍ਰਹਿਣ ਕਰੇਗਾ, ਆਪਣੇ ਮਨ ਦੇ ਵਿੱਚ, ਉਹਨੂੰ ਵਾਸਤੇ ਇਹਦੀ ਵਧਾਈ ਹੋਵੇ। ਸਾਰਿਆਂ ਨੂੰ ਸੱਚੇ ਪਾਤਸ਼ਾਹ ਕਿਰਪਾ ਕਰਨ। ਆਓ ਹੱਥ ਜੋੜ ਕੇ ਅਰਦਾਸ ਕਰੀਏ, ਸੱਚੇ ਪਾਤਸ਼ਾਹ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਤਾਰ। ਸੰਸਾਰ 'ਤੇ ਬੜੀ ਮਹਾਂਮਾਰੀ ਫੈਲੀ ਪਈ, ਲੇਕਿਨ ਹੈ ਤੇ ਪਹਿਲੇ ਬੰਦਾ ਵੀ ਬਹੁਤ ਮਤਲਬ ਰੱਬ ਤੋਂ ਦੂਰ ਹੋ ਜਾਂਦਾ ਕਈ ਵਾਰੀ, ਹੈ ਨਾ। ਸੋ ਇਸ ਕਰਕੇ ਅਰਦਾਸ ਕਰੀ ਮਹਾਰਾਜ ਚਰਨਾਂ ਵਿੱਚ, ਇਸ ਦੁੱਖਾਂ ਦੀ ਨਿਵਰਤੀ ਕਰੋ ਸੱਚੇ ਪਾਤਸ਼ਾਹ ਜੀਓ। ਸਾਨੂੰ ਸਭ ਨੂੰ ਇਹ ਨਾਮ ਜਪਾ ਕੇ, ਇਹ ਸਾਡਾ ਜੀਵਨ ਪਤਾ ਨਹੀਂ ਕਿੰਨਾ ਕੁ ਬਾਕੀ ਹੈ, ਇਹਨੂੰ ਲਿਖੇ ਲਾਓ। ਆਓ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਚਰਨਾਂ ਵਿੱਚ ਕਿ ਉਜਾਲੇ यादों के है मेरे मालिक, उजाले यादों के हमारे साथ रहने दो, ना जाने जिंदगी की किस गली में शाम हो जाए क्या पता। सो कदों वदा सदा आ जाना, घर घर ਇਹੋ ਪਹੁੰਚਾ, सदरे नित पवन। सदरे दे ही जाता है, जा ही जाते हैं। संग चलता है हम भी चलना, दूर गवन सिर उपर मरना। बहुत दूर जाना, कित्थे जाना ਇਹ ਮੇਰਾ ਮਾਲਕ ਜਾਣਦਾ। ਇਸ ਕਰਕੇ ਨਾਮ ਜਪਿਆ ਕਰੋ ਜੀ। ਬਹੁਤ ਬਹੁਤ ਧੰਨਵਾਦ। ਮੇਰੇ ਲਈ ਅਰਦਾਸ ਕਰੋ, ਆਪਾਂ ਸਾਰੇ ਮਿਲ ਕੇ ਅਰਦਾਸ ਕਰੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੀ ਸਰਬਤ ਕਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।